ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਵਿਰਾਜਮਾਨ ਹਾਂ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ 10 ਗੁਰੂ ਸਾਹਿਬਾਨ ਦੀ ਜੋਤ ਹੈ, ਉੱਥੇ ਹੀ ਇਹ ਪਰਮ ਪਿਤਾ ਪਰਮਾਤਮਾ ਦੀ ਜੋਤ ਵੀ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਗੁਰੂ ਸਾਹਿਬ ਹਨ ਔਰ ਇਹ ਆਦਿ ਸ਼੍ਰੀ ਗੁਰੂ ਭਾਵ ਪਰਮ ਪਿਤਾ ਪਰਮਾਤਮਾ ਜੋ ਆਦਿ ਦੇ ਵਿੱਚ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਹਾਜ਼ਰ ਸੀ, ਉਹੀ ਪਰਮ ਪਿਤਾ ਪਰਮਾਤਮਾ ਦਾ ਸਰੂਪ ਹਨ। ਔਰ ਸਾਡੇ ਲਈ ਇਹ ਪਰਮਾਤਮਾ ਦੇ ਮਿਲਣ ਦਾ ਇੱਕ ਰਸਤਾ, ਪਰਮਾਤਮਾ ਨੂੰ ਮਿਲਣ ਦਾ ਗੁਰੂ ਸਾਹਿਬ ਨੇ ਸਾਡੇ ਸੰਸਾਰ ਦੇ ਲੋਕਾਂ ਵਿੱਚ ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਕਰਕੇ ਇੱਕ ਰਸਤਾ ਦੇ ਦਿੱਤਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿ ਸਾਡਾ ਆਤਮਿਕ ਜੀਵਨ ਜਿਹੜਾ ਹੈ ਉਹ ਗੁਰੂ ਨੂੰ ਸਮਰਪਿਤ ਹੋ ਕੇ ਪਰਮ ਪਿਤਾ ਪਰਮਾਤਮਾ ਦੀ ਜੋਤ ਦੇ ਵਿੱਚ ਅਭੇਦ ਹੋ ਜਾਵੇ, ਪਰਮਾਤਮਾ ਨਾਲ ਸਾਡੀ ਰੂਹ ਜਿਹੜੀ ਹੈ ਮਿਲਣ ਕਰ ਲਵੇ। ਜਿਹੜੀ ਰੂਹ ਸਾਡੀ ਪਰਮ ਪਿਤਾ ਪਰਮਾਤਮਾ ਤੋਂ ਵਿਛੜ ਕੇ ਮਾਤਲੋਕ ਦੇ ਵਿੱਚ ਆਈ ਸੀ ਨਾਮ ਸਿਮਰਨ ਕਰਨ ਵਾਸਤੇ, ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿਣ ਵਾਸਤੇ, ਪਰਮਾਤਮਾ ਨਾਲ ਪਿਆਰ ਕਰਨ ਵਾਸਤੇ, ਉਹ ਰੂਹ ਪਰਮਾਤਮਾ ਦੀ ਸ਼ਰਨ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੀ ਹੋਈ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾ ਬਰਾਜੇ, ਉਸ ਦੇ ਵਿੱਚ ਅਭੇਦ ਹੋ ਜਾਵੇ। ਇਸ ਵਾਸਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਚਮ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ੀ। ਅੱਜ ਸਾਡੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਨਾ ਕਿ ਕੋਈ ਦੇਹ ਹੈ। ਸਾਧ ਸੰਗਤ ਜੀ, ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰਨ ਦੇ ਵਿੱਚ ਜਦੋਂ ਆਉਣੇ ਹੈ ਤੇ ਮਨ ਦੇ ਵਿੱਚ ਸਾਡੇ ਇਹ ਭਾਵਨਾ ਹੁੰਦੀ ਹੈ ਕਿ ਅਸੀਂ ਪਰਮ ਪਿਤਾ ਪਰਮਾਤਮਾ ਤੋਂ ਜਾਂ ਤਾਂ ਦਰਸਦਾਰਿਆਂ ਦੀ ਮੰਗ ਕਰਨੀ ਹੈ, ਜਾਂ ਆਪਣੀਆਂ ਲੋੜਾਂ ਦੀ ਮੰਗ ਕਰਨੀ ਹੈ, ਜਾਂ ਆਪਣੇ ਕੋਈ ਵੀ ਵਸਤਾਂ ਪਦਾਰਥਾਂ ਦੀ ਜੋ ਵੀ ਭਾਵਨਾ ਜੈਸੀ ਜਿਸ ਕਿਸੇ ਦੀ ਹੁੰਦੀ ਹੈ ਵੈਸੀ ਭਾਵਨਾ ਲੈ ਕੇ ਗੁਰੂ ਸਾਹਿਬ ਦੇ ਸ਼ਰਨ ਦੇ ਵਿੱਚ ਆਉਂਦਾ ਹੈ। ਔਰ ਜਦੋਂ ਕਿਸੇ ਤੋਂ ਕੁਛ ਲੈਣਾ ਹੁੰਦਾ ਹੈ ਨਾ, ਉਦੋਂ ਉਸ ਮਹਾਸ਼ਕਤੀ ਨੂੰ ਬਹੁਤ ਉੱਚਾ ਕਰਕੇ ਮੰਨਿਆ ਜਾਂਦਾ ਔਰ ਆਪ ਨੂੰ ਬਹੁਤ ਨੀਵਾਂ ਕਰਕੇ ਮੰਨਿਆ ਜਾਂਦਾ ਹੈ। ਯਾਨੀ ਮੰਗਣ ਵਾਲਾ ਜਿਹੜਾ ਹਮੇਸ਼ਾ ਮੰਗਤਾ ਹੁੰਦਾ ਹੈ, ਜਾਚਕ ਹੁੰਦਾ ਹੈ, ਔਰ ਪਰਮਾਤਮਾ ਜਿਹੜਾ ਹੈ ਉਹ ਦਾਤਾ ਹੁੰਦਾ ਹੈ। ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਜ ਪਰਮ ਪਿਤਾ ਪਰਮਾਤਮਾ ਦਾ ਸਰੂਪ ਹੈ, ਸਾਰੀ ਸ੍ਰਿਸ਼ਟੀ ਦਾ ਦਾਤਾ ਹੈ, ਬਖਸ਼ਣਹਾਰ ਹੈ, ਕਰਨਹਾਰ ਹੈ, ਕਾਰਨ ਕਰਤਾ ਸਮਰੱਥ ਹੈ, ਸਰਬ ਕਲਾ ਸਮਰੱਥ ਹੈ। ਤੋ ਸਾਧ ਸੰਗਤ ਜੀ, ਅਸੀਂ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੁੰਦੇ ਆ ਨਾ, ਤਾਂ ਅਸੀਂ ਕੁਛ ਨਾ ਕੁਛ ਮੰਗਣ ਵਾਸਤੇ ਆਉਣੇ ਆ, ਮੰਗਤੇ ਬਣ ਕੇ ਆਉਣੇ ਆ। ਪਰ ਅੱਜ ਸਾਡੇ ਸਮਾਜ ਦੇ ਵਿੱਚ ਇੱਕ ਬੜਾ ਪ੍ਰਚਲਨ ਹੋ ਗਿਆ ਹੈ ਕਿ ਸਾਡੀ ਹਉਮੈ ਜਿਹੜੀ ਹੈ ਉਹ ਅਸੀਂ ਗੁਰਮਤਿ ਨੂੰ ਨਾ ਸਮਝਦੇ ਹੋਏ ਅਸੀਂ ਆਪਣੀ ਹਉਮੈ ਨੂੰ ਬੜਾਵਾ ਦੇ ਰਹੇ ਹਾਂ, ਅਸੀਂ ਆਪਣੀ ਮੈਂ ਨੂੰ ਬੜਾਵਾ ਦੇ ਰਹੇ ਹਾਂ। ਅਸੀਂ ਇੱਕ ਬਹਾਨਾ ਬਣਾ ਰਹੇ ਹਾਂ ਕਿ ਸਾਨੂੰ ਬਿਮਾਰੀ ਹੈ ਜੀ, ਸਾਨੂੰ ਦਰਦ ਹੈ ਜੀ, ਸਾਨੂੰ ਗੋਡੇ ਦਰਦ ਕਰਦੇ ਆ, ਸਾਨੂੰ ਤੁਰਿਆ ਨਹੀਂ ਜਾਂਦਾ, ਸਾਡੇ ਤੋਂ ਬੈਠਿਆ ਨਹੀਂ ਜਾਂਦਾ। ਇਹ ਬਹਾਨਾ ਬਣਾ ਕੇ ਅਸੀਂ ਅੱਜ ਗੁਰੂ ਦਰਬਾਰ ਦੇ ਵਿੱਚ ਵੀ ਕੁਰਸੀਆਂ ਡਾਹ ਕੇ ਬੈਠਣ ਦੀ ਕੋਸ਼ਿਸ਼ ਕਰਦੇ ਹਾਂ, ਨਾ ਕਿ ਮੰਗਤੇ ਬਣ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਆਉਣੇ ਆ, ਬਲਕਿ ਅਸੀਂ ਚੌਧਰੀ ਬਣ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਗੁਰੂ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਗਲਤੀ ਕਰ ਲਈ ਹੈ। ਅਸੀਂ ਮਨਮੱਤ ਕਰਦੇ ਹੋਏ
ਆਪਣੀ ਮਰਜ਼ੀ ਦੇ ਮੁਤਾਬਕ ਚੱਲਦੇ ਹੋਈ ਐਸੇ ਦੋਸ਼ ਖੱਟ ਲੈਂਦੇ ਆ ਕਿ ਆਉਂਦੇ ਤਾਂ ਅਸੀਂ ਪਰਮਾਤਮਾ ਦੇ ਕੋਲੋਂ ਕੁਛ ਦਾਤਾ ਮੰਗਣ ਵਾਸਤੇ ਹੈ, ਪਰ ਗੁਰੂ ਸਾਹਿਬ ਦੀ ਕੁਰਸੀਆਂ ਦੇ ਉੱਤੇ ਬਰਾਬਰ ਬੈਠ ਕੇ ਗੁਰੂ ਸਾਹਿਬ ਦੀ ਅਵੱਗਿਆ ਕਰਦੇ ਹੋਏ ਅਸੀਂ ਗੁਰੂ ਮੱਤ ਤੋਂ ਬਾਹਰ ਹੋ ਜਾਂਦੇ ਹਾਂ ਔਰ ਗੁਰੂ ਤੋਂ ਅਸੀਂ ਲੈਣ ਦੀ ਬਜਾਏ ਦੋਸ਼ ਲੈ ਕੇ, ਦਾਤਾ ਲੈਣ ਦੀ ਬਜਾਏ ਦੋਸ਼ ਲੈ ਕੇ ਚਲੇ ਜਾਂਦੇ ਹਾਂ। ਅੱਜ ਬੜਾ ਮਸਲਾ ਚੱਲਿਆ ਹੋਇਆ ਕਿ ਗੁਰੂ ਘਰਾਂ ਦੇ ਵਿੱਚ ਜੀ ਅਸੀਂ ਬਜ਼ੁਰਗ ਹੈ ਜੀ, ਉਹ ਭਾਈ ਬਜ਼ੁਰਗ ਤਾਂ ਬਹੁਤ ਪਹਿਲਾਂ ਵੀ, ਅੱਜ ਤੋਂ 500 ਸਾਲ ਪਹਿਲਾਂ ਵੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਦੇ ਵਿੱਚ ਵੀ, ਹੋਰ ਗੁਰੂ ਸਾਹਿਬਾਨਾਂ ਦੇ ਸਮੇਂ ਦੇ ਵਿੱਚ ਵੀ, ਔਰ ਜੇ ਅਸੀਂ ਖੁਦ ਵੇਖੀਏ ਤੇ ਪੰਚਮ ਪਾਤਸ਼ਾਹ ਨੇ ਜਦੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਬਖਸ਼ੀ, ਪਹਿਲਾ ਪ੍ਰਕਾਸ਼ ਕੀਤਾ ਔਰ ਉਸ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਹਿਬ ਪੰਚਮ ਪਾਤਸ਼ਾਹ ਜੀ ਆਪ ਵੀ ਧਰਤੀ ਦੇ ਉੱਤੇ ਬੈਠ ਕੇ ਗੁਰਬਾਣੀ ਨੂੰ ਸਰਵਣ ਕੀਤਾ। ਤਾਂ ਅਸੀਂ ਕੀ ਗੁਰੂ ਸਾਹਿਬ ਨਾਲੋਂ ਬਹੁਤ ਵੱਡੇ ਹੋ ਗਏ? ਅਸੀਂ ਗੁਰੂ ਸਾਹਿਬ ਦੀ ਜੋ ਸਾਨੂੰ ਪੂਰਨੇ ਪਾਇਆ ਕਿ ਅਸੀਂ ਉਸ ਨੂੰ ਨਹੀਂ ਮੰਨ ਰਹੇ। ਉਸ ਨੂੰ ਹੀ ਮੰਨ ਕੇ ਅਸੀਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਗਰ ਜੇ ਬੈਠੀਏ ਤੇ ਸਾਡਾ ਹੱਕ ਬਣਦਾ ਕਿ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਬੈਠ ਕੇ ਗੁਰੂ ਤੋਂ ਦਾਤਾ ਮੰਗੀਏ, ਗੁਰੂ ਤੋਂ ਲੈ ਕੇ ਜਾਈਏ। ਪਰ ਨਹੀਂ, ਅਸੀਂ ਕੀ ਕਰਦੇ ਹਾਂ? ਕਰਤ ਵਿਕਾਰ ਦੋ ਕਰ ਚਾਰਤ। ਅਸੀਂ ਵਿਕਾਰ ਕਰਦੇ ਹਾਂ, ਬੁਰਿਆਈ ਕਰਦੇ ਹਾਂ, ਮਨਮਤ ਕਰਦੇ ਹਾਂ ਔਰ ਦੋਵੇਂ ਹੱਥ ਝਾੜ ਕੇ ਨਾ ਆਪਣੇ ਘਰ ਵਾਪਸ ਚਲੇ ਜਾਂਦੇ ਹਾਂ। ਰਾਮ ਰਤਨ ਰਿਧ ਤਿਲ ਨਹੀਂ ਧਾਰਤ, ਯਾਨੀ ਪ੍ਰਮਾਤਮਾ ਦੇ ਨਾਮ ਦਾ ਰਤਨ ਜਿਹੜਾ ਹੈ ਨਾ, ਉਹ ਸਾਡੇ ਹਿਰਦੇ ਦੇ ਵਿੱਚ ਨਹੀਂ ਵਸਿਆ ਹੁੰਦਾ। ਸਾਡੇ ਹਿਰਦੇ ਦੇ ਵਿੱਚ ਤਾਂ ਆਪਣੀ ਮੈਂ ਹੀ ਵਸੀ ਹੁੰਦੀ ਹੈ, ਹਉਮੈ ਵਸਿਆ ਹੁੰਦਾ, ਚੌਧਰ ਦਾ ਹੰਕਾਰ ਹੀ ਵਸਿਆ ਹੁੰਦਾ। ਸਾਡੇ ਕੋਲ ਪੈਸੇ ਹੈ, ਸਾਡੇ ਕੋਲ ਧਨ ਹੈ, ਸਾਡੇ ਕੋਲ ਬਹਾਨਾ ਬਣਾ ਕੇ, ਇੱਕ ਬਹਾਨਾ, ਜਿਵੇਂ ਦਾਰੂ ਪੀਣ ਵਾਲੇ ਨੂੰ ਬਹਾਨੇ ਦੀ ਲੋੜ ਹੈ, ਬਹਾਨਾ ਬਣਾ ਲੈਂਦਾ। ਮਾਸ ਖਾਣ ਵਾਲੇ ਨੂੰ ਬਹਾਨੇ ਦੀ ਲੋੜ ਹੈ, ਬਹਾਨਾ ਬਣਾ ਲੈਂਦਾ। ਕੋਈ ਹੋਰ ਜੂਆ ਖੇਡਣਾ ਉਹਨੇ, ਉਹ ਵੀ ਬਹਾਨਾ ਬਣਾ ਲੈਂਦਾ। ਤੋ ਇਸ ਤਰ੍ਹਾਂ ਦੇ ਨਾਲ ਇਹ ਅੱਜ ਗੁਰਸਿੱਖ ਵੀ ਸਾਡੇ, ਉਹ ਗੁਰਸਿੱਖ ਨਹੀਂ ਹੈ ਬਲਕਿ ਮਨਮਤੇ ਲੋਕ ਹੈ, ਮਨਮੁਖ ਹੈ। ਅੰਮ੍ਰਿਤ ਛਕਿਆ ਹੋਇਆ ਹੈ, ਦਾੜੀ ਕੇਸ ਰੱਖੇ ਹੋਏ ਹੈ, ਗੁਰਸਿੱਖ ਬੀਬੀਆਂ ਵੀ ਹੈ। ਮਤਲਬ ਇਹ ਲੋਕ ਗੁਰੂ ਦੀ ਮੱਤ ਤੋਂ ਬਾਹਰ ਹੈ, ਮਨਮੱਤ ਦਾ ਕਾਰਜ ਕਰਦੇ ਆ, ਗੁਰਮੱਤ ਦਾ ਕਾਰਜ ਨਹੀਂ ਕਰਦੇ। ਗੁਰਮੁਖ ਨਹੀਂ ਹੈ ਇਹ ਗੁਰਸਿੱਖ ਨਹੀਂ ਹੈ ਲੋਕ ਜਿਹੜੇ ਕੁਰਸੀਆਂ ਦੇ ਉੱਤੇ ਬੈਠ ਕੇ ਗੁਰੂ ਦੀ ਬਰਾਬਰੀ ਕਰਦੇ ਆ। ਔਰ ਗੁਰੂ ਦੀ ਕੁਰਸੀਆਂ ਦੇ ਉੱਤੇ ਬੈਠ ਕੇ ਵੀ ਫਿਰ ਗੁਰਬਾਣੀ ਨਹੀਂ ਸੁਣਦੇ ਗੇ। ਇਹ ਫਿਰ ਇਹ ਆਪਣੇ ਘਰ ਦੀਆਂ ਗੱਲਾਂ ਕਰਦੇ ਆ, ਆਪਣੀਆਂ ਗੱਲਾਂ ਕਰਦੇ ਆ, ਆਪਣੇ ਤਰੀਕੇ ਨਾਲ ਉਸ ਸਥਾਨ ਦੇ ਉੱਤੇ ਬੈਠ ਕੇ ਵਾਪਸ ਚਲੇ ਜਾਂਦੇ ਆ। ਤੇ ਰਾਮ ਰਤਨ ਜਿਹੜਾ ਹੈ ਨਾ ਪਰਮਾਤਮਾ ਦੇ ਨਾਮ ਦਾ, ਉਹ ਇਹਨਾਂ ਦੇ ਹਿਰਦੇ ਦੇ ਵਿੱਚ ਕਦੇ ਵੀ ਵਾਸਾ ਨਹੀਂ ਕਰਦਾ। ਕਦੇ ਵੀ ਇਹ ਧਾਰਨ ਨਹੀਂ ਕਰਦੇ ਕਿ ਪਰਮਾਤਮਾ ਦੇ ਨਾਮ ਨੂੰ, ਪਰਮਾਤਮਾ ਦੀ ਗੁਰਬਾਣੀ ਦੀ ਜੋ ਤੁਕਾਂ ਹੈ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਈਏ। ਨਹੀਂ, ਇਹ ਕੁਰਸੀਆਂ ਦੇ ਉੱਤੇ ਬੈਠ ਕੇ ਆ ਕੇ ਮੱਥਾ ਟੇਕ ਕੇ ਕੁਰਸੀਆਂ 'ਤੇ ਬੈਠ ਕੇ ਕੜਾਹ ਪ੍ਰਸ਼ਾਦ ਲੈ ਕੇ ਘਰੇ ਵਾਪਸ ਚਲੇ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਆ ਇਹ ਜਿਹੜਾ ਮਨੁੱਖ ਹੈ, ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਦੇ ਸਿੱਖ ਨੇ ਤਾਂ ਜਦੋਂ ਗੁਰੂ ਤੋਂ ਅੰਮ੍ਰਿਤ ਛਕਿਆ, ਜਦੋਂ ਗੁਰੂ ਤੋਂ ਚਰਨ ਪਹੁਲ ਲਈ, ਉਦੋਂ ਹੀ ਗੁਰੂ ਨੇ ਆਪਣੇ ਆਪ, ਗੁਰੂ ਨੂੰ ਗੁਰਸਿੱਖ ਨੇ ਆਪਣੇ ਆਪ ਆਪਣਾ ਸਮਰਪਿਤ ਕਰ ਦਿੱਤਾ ਸੀ, ਆਪਣਾ ਸਿਰ ਸਮਰਪਿਤ ਕਰ ਦਿੱਤਾ ਸੀ ਕਿ ਮੈਂ ਤੇਰਾ ਹਾਂ, ਮੈਂ ਤੇਰਾ ਹਾਂ, ਮੈਂ ਤੇਰਾ ਹਾਂ, ਮੈਂ ਆਪਣਾ ਸਭ ਕੁਝ ਤੈਨੂੰ ਸੌਂਪਿਆ, ਆਪਣਾ ਸਿਰ ਵੀ ਤੈਨੂੰ ਸੌਂਪਿਆ। ਅਤੇ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਹੈ, ਪਹਿਲਾ ਮਰਨ ਕਬੂਲ। ਅਸੀਂ ਜਦੋਂ ਅੰਮ੍ਰਿਤ ਛਕਦੇ ਹਾਂ ਨਾ, ਤੇ ਅਸੀਂ ਪਹਿਲਾਂ ਮਰਨ ਕਬੂਲ ਕਰਦੇ ਹਾਂ। ਅਸੀਂ ਮਰ ਗਏ ਜੀ, ਅਸੀਂ ਮਰ ਜੀਵੜੇ ਹੋ ਜਾਂਦੇ ਹਾਂ। ਜੀਵਨ ਕੀ ਛੱਡ ਆਸ ਭਾਈ ਗੁਰਮੁਖਾ, ਤੂੰ ਪਹਿਲਾਂ ਜੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣਾ ਹੈ, ਜੇ ਪਰਮਾਤਮਾ ਤੋਂ ਕੁਛ ਲੈਣਾ ਹੈ, ਜੇ ਗੁਰੂ ਦੀ ਗੱਲ ਨੂੰ ਮੰਨ ਕੇ ਉਹ ਗੁਰੂ ਦੇ ਨਾਲ ਪਿਆਰ ਕਰਨਾ ਹੈ, ਗੁਰੂ ਦੀ ਬਖਸ਼ਿਸ਼ ਲੈਣੀ ਹੈ, ਅਤੇ ਫਿਰ ਭਾਈ ਪਹਿਲਾਂ ਇਹ ਆਪਣੇ ਆਪ ਨੂੰ ਮਰ ਜਾ, ਮਰਨ ਕਬੂਲ ਕਰ ਲੈ ਆਪਣਾ। ਅਤੇ ਜੀਵਨ ਕੀ ਛੱਡ ਆਸ, ਜੀਵਨ ਦੀ ਆਸ ਛੱਡ ਦੇ, ਤੂੰ ਜੀਵਤ ਹੋ ਕੇ ਮਰ ਜੀਵੜਾ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਹੁਣ ਪਰਮਾਤਮਾ ਜੀ ਇਹ ਕਹਿ ਰਿਹਾ ਕਿ ਭਾਈ ਪਹਿਲਾਂ ਤਾਂ ਮਰਨ ਕਬੂਲ ਕਰ, ਜੀਵਨ ਦੀ ਆਸ ਛੱਡ ਦੇ, ਔਰ ਸਾਰੇ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਹੈ ਉਹਨਾਂ ਦੀ ਤੂੰ ਚਰਨ ਧੂੜ ਬਣ ਕੇ ਫਿਰ ਸਾਡੇ ਕੋਲ ਆ, ਸਾਡੇ ਦਰ 'ਤੇ ਆ। ਸਾਡੇ ਪਰਮਾਤਮਾ ਜੀ ਇਹ ਕਹਿ ਰਹੇ ਆ ਫਿਰ ਮੇਰੇ ਕੋਲ ਆ, ਅਤੇ ਫਿਰ ਪਰਮਪਿਤਾ ਪਰਮਾਤਮਾ ਦੇ ਤੈਨੂੰ ਦਰਸਦਾਰੇ ਹੋਣਗੇ। ਪਰ ਅਸੀਂ ਤਾਂ ਭਾਈ ਪਰਮਾਤਮਾ ਦੇ ਦਰ 'ਤੇ ਆ ਕੇ ਆਪਣੀ ਮੈਂ ਵਿਖਾਉਣੀ ਸ਼ੁਰੂ ਕਰ ਦਿੰਦੇ ਹਾਂ। ਅਸੀਂ ਕੁਰਸੀਆਂ 'ਤੇ ਬੈਠ ਕੇ ਆਪਣੇ
ਆਪਣੇ ਤਰੀਕੇ ਨਾਲ। ਕੁਰਸੀਆਂ 'ਤੇ ਵੀ ਅਸੀਂ ਇਸ ਤਰ੍ਹਾਂ ਬੈਠਦੇ ਹਾਂ ਵੀ ਅਸੀਂ ਚੌਧਰੀ ਹਾਂ, ਅਸੀਂ ਵੱਡੇ ਹਾਂ, ਅਸੀਂ ਧਨ ਵਾਲੇ ਹਾਂ। ਅਤੇ ਅੱਜ ਕੁਰਸੀਆਂ ਦਾ ਬੜਾ ਇੱਕ ਬਵਾਲ ਉੱਠਿਆ ਹੋਇਆ ਕਿ ਭਾਈ ਕੁਰਸੀਆਂ ਗੁਰਦੁਆਰਿਆਂ ਦੇ ਵਿੱਚ ਡਹਿਣੀਆਂ ਚਾਹੀਦੀਆਂ ਕਿ ਨਹੀਂ ਚਾਹੀਦੀਆਂ, ਕੁਰਸੀਆਂ ਦੇ ਉੱਤੇ ਬੈਠਣਾ ਚਾਹੀਦਾ ਕਿ ਨਹੀਂ ਬੈਠਣਾ ਚਾਹੀਦਾ, ਕੀ ਵਾਜਬ ਹੈ, ਕੀ ਇਹ ਮਨਮੱਤ ਹੈ ਕਿ ਕੁਰਸੀਆਂ ਡਾਹ ਕੇ ਅਸੀਂ ਗੁਰੂ ਦੀ ਬਰਾਬਰੀ ਕਰੀਏ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ, ਭਾਈ ਥਿਰ ਘਰ ਬੈਸੋ ਹਰ ਜਨ ਪਿਆਰੇ। ਥਿਰ ਘਰ ਕਿਹੜਾ? ਆਪਣੇ ਹਿਰਦੇ ਦਾ ਥਿਰ ਘਰ। ਜਦੋਂ ਬੰਦਾ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਵਸਾ ਲੈਂਦਾ ਹੈ ਨਾ, ਅਤੇ ਪਰਮਾਤਮਾ ਦੇ ਦੁਆਰੇ 'ਤੇ ਆਪਣੇ ਆਪ ਨੂੰ ਸ਼ਰਨਾਗਤ ਕਰ ਦਿੰਦਾ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਉਦੋਂ ਸਤਿਗੁਰੂ ਸਾਰੇ ਕਾਜ ਸਵਾਰ ਦਿੰਦਾ, ਸਾਰੀਆਂ ਬਿਮਾਰੀਆਂ, ਦੁੱਖ, ਕਲੇਸ਼, ਸਾਰਾ ਕਸ਼ਟ ਜਿਹੜਾ ਹੈ ਉਹ ਸਾਨੂੰ ਮਿਟਾ ਦਿੰਦਾ ਹੈ ਪਰਮ ਪਿਤਾ ਪਰਮਾਤਮਾ। ਤੀਜੇ ਪਾਤਸ਼ਾਹ ਜੀ ਨੇ ਸਾਨੂੰ ਆਨੰਦ ਸਾਹਿਬ ਦੇ ਵਿੱਚ ਬਖਸ਼ਿਸ਼ ਕੀਤੀ ਹੈ ਨਾ, ਅਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੱਚੀ ਬਾਣੀ, ਸੰਤ ਸਾਜਨ ਭਏ ਰਸੇ, ਪੂਰੇ ਗੁਰ ਤੇ ਜਾਣੀ। ਉਦੋਂ ਸਾਡੇ ਦੁੱਖ ਕਲੇਸ਼ ਸਾਰੇ ਕੱਟੇ ਜਾਂਦੇ ਆ, ਜਿਸ ਤੁਸੀਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਦੇ, ਪਰਮਾਤਮਾ ਨੂੰ ਪ੍ਰਾਪਤ ਕਰਦੇ ਆ। ਉਦੋਂ ਸਾਡੇ ਦੁੱਖ ਕਲੇਸ਼ ਸਾਡੇ ਸਾਰੇ ਇਕੱਠੇ ਜਾਂਦੇ ਆ। ਅਤੇ ਸਾਧ ਸੰਗਤ ਜੀ, ਅਸੀਂ ਜਦੋਂ ਇਹ ਬਹਾਨਾ ਬਣਾ ਕੇ ਕਿ ਸਾਡੇ ਗੋਡੇ ਨਹੀਂ ਦਰਦ ਕਰਦੇ, ਸਾਡੇ ਗੋਡੇ ਨਹੀਂ ਕੰਮ ਕਰਦੇ, ਸਾਡੇ ਦਰਦ ਹੋ ਰਿਹਾ ਹੈ, ਸਾਡਾ ਲੱਕ ਦਰਦ ਹੋ ਰਿਹਾ ਹੈ, ਕਿ ਮੈਂ ਬਹੁਤ ਐਸੇ ਸਿੱਖਾਂ ਨੂੰ, ਗੁਰਸਿੱਖ ਬੀਬੀਆਂ ਨੂੰ ਵੀ ਦੇਖਿਆ ਹੈ ਕਿ 1 ਕਿਲੋਮੀਟਰ ਤੋਂ ਆਪਣੇ ਘਰ ਤੋਂ ਚੱਲ ਕੇ ਤਾਂ ਉਹ ਗੁਰਦੁਆਰੇ ਪਹੁੰਚ ਜਾਂਦੀਆਂ, ਔਰ ਗੁਰਦੁਆਰੇ ਪਹੁੰਚ ਕੇ ਮੱਥਾ ਟੇਕਦੇ ਹੀ ਕੁਰਸੀਆਂ 'ਤੇ ਬੈਠਣ ਦੀ ਕੋਸ਼ਿਸ਼ ਕਰਦੀਆਂ। ਥੱਲੇ ਨਹੀਂ ਬੈਠਿਆ ਜਾ ਸਕਦਾ, ਔਖਾ ਹੋ ਕੇ ਬੈਠਿਆ ਜਾ ਸਕਦਾ। ਅਤੇ ਜੇ ਮੈਂ ਇਹ ਕਹਿੰਦਾ ਵੀ ਜੇ ਗੁਰੂ ਦੇ ਦਰ ਦੇ ਉੱਤੇ ਕੋਈ ਡਿੱਗ ਕੇ ਵੀ ਮੱਥਾ ਟੇਕ ਲਵੇ, ਔਰ ਗੁਰੂ ਦੇ ਦਰ ਦੇ ਉੱਤੇ ਡਿੱਗ ਕੇ ਮਰ ਵੀ ਜਾਵੇ, ਅਤੇ ਮੈਂ ਕਹਿੰਦਾ ਕਿ ਵਾਹ ਭਲੀ ਆ, ਉਹਦੇ ਭਾਗ ਚੰਗੇ ਹੈ ਕਿ ਉਹ ਗੁਰੂ ਦੇ ਦਰ ਦੇ ਉੱਤੇ ਗੁਰੂ ਦਾ ਪਿਆਰਾ ਹੋ ਗਿਆ। ਗੁਰੂ ਦੇ ਦਰ ਦੇ ਉੱਤੇ ਉਸਨੇ ਆਪਣੀ ਸਵਾਸ ਜਿਹੜੇ ਆ ਉਹ ਤਿਆਗ ਦਿੱਤੇ ਆ। ਉਹਦੀ ਰੂਹ ਜਿਹੜੀ ਹੈ ਪਰਮਾਤਮਾ ਦੇ ਦਰ 'ਤੇ ਜੋ ਜਾਂਦੀ ਹੈ, ਪਰਮਾਤਮਾ ਦੇ ਦਰ ਸਿਧਾਰੇ ਕਰਦੀ ਹੈ। ਕਬੀਰ ਸਾਹਿਬ ਨੇ ਇੱਕ ਗੱਲ ਬਹੁਤ ਵੱਡੀ ਕਹੀ ਹੈ, ਕਬੀਰ ਮੋਹ ਮਰਨੇ ਕਾ ਚਾਓ ਹੈ। ਕਬੀਰ ਕਹਿੰਦਾ ਵੀ ਮੈਨੂੰ ਮਰਨ ਦਾ ਚਾਅ ਹੈ। ਜੱਗ ਰੋਜ਼ ਮਰਦਾ ਹੈ, ਰੋਜ਼ ਤਿਲ ਕਰਕੇ ਮਰਦਾ, ਪਰ ਮੈਂ ਪਰਮਾਤਮਾ ਦੇ ਦੁਆਰ 'ਤੇ ਮਰਨ ਨੂੰ ਤਿਆਰ ਹਾਂ। ਪਰ ਮਰੋ ਤੋਂ ਹਰ ਕੇ ਦੁਆਰ, ਕਹਿੰਦਾ ਵੀ ਜੇ ਮੈਂ ਮਰਾਂ ਤਾਂ ਮਰਾਂ ਹਰ ਪਰਮਾਤਮਾ ਦੇ ਦੁਆਰ ਦੇ ਉੱਤੇ ਹੀ ਮਰਾਂ। ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਹਰ। ਤੋ ਕਬੀਰ ਸਾਹਿਬ ਕਹਿੰਦੇ ਆ ਕਿ ਵੀ ਜੇ ਮੈਂ ਪਰਮਾਤਮਾ ਦੇ ਦਰ ਦੇ ਉੱਤੇ ਮਰ ਜਾਵਾਂ ਨਾ, ਅਤੇ ਮੈਨੂੰ ਇਹ ਚਾਅ ਹੈ ਕਿ ਮੈਂ ਪਰਮਾਤਮਾ ਦੇ ਦੁਆਰ ਦੇ ਉੱਤੇ ਮਰ ਜਾਵਾਂ, ਅਤੇ ਪਰਮਾਤਮਾ ਮੈਨੂੰ ਪੁੱਛੇ ਕਿ ਇਹ ਕੌਣ ਸਾਡੇ ਦੁਆਰ ਦੇ ਉੱਤੇ ਮਰ ਗਿਆ ਆ ਕੇ। ਔਰ ਉਹ ਪਰਮਾਤਮਾ, ਜੇ ਪਰਮਾਤਮਾ ਪੁੱਛਦਾ ਤਾਂ ਸਮਝੋ ਸਾਨੂੰ ਪਤਾ ਲੱਗ ਗਿਆ, ਸਾਡੀ ਰੂਹ ਜਿਹੜੀ ਆ ਸਫਲਤਾ, ਜਨਮ ਦੀ ਸਫਲਤਾ ਨੂੰ ਪ੍ਰਾਪਤ ਕਰ ਗਈ ਹੈ, ਪਰਮਾਤਮਾ ਦੇ ਦਰ ਸਿਧਾਰਿਆਂ ਨੂੰ ਪ੍ਰਾਪਤ ਕਰਦੀ ਹੈ। ਔਰ ਜੋ ਜੀਵਨ ਦੇ ਵਿੱਚ ਇਹ ਰੂਹ ਆਈ ਹੈ ਕਮਾਉਣ ਵਾਸਤੇ, ਨਾਮ ਸਿਮਰਨ ਕਰਕੇ ਪਰਮਾਤਮਾ ਨਾਲ ਮਿਲਣ ਕਰਨ ਵਾਸਤੇ, ਉਹ ਮਿਲਣ ਕਹਿੰਦਾ ਮੈਨੂੰ ਪ੍ਰਾਪਤ ਹੋ ਜਾਏਗਾ। ਅੱਗੇ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ, ਭਾਈ ਗੁਰਮੁਖ ਪਿਆਰਿਓ, ਮਨ ਦੇ ਵਿੱਚ ਇਹ ਆਸ ਰੱਖੋ ਕਿ ਅਸੀਂ ਪਰਮ ਪਿਤਾ ਪਰਮਾਤਮਾ ਤੋਂ ਦੁੱਖਾਂ ਕਲੇਸ਼ਾਂ ਦੀ ਜਿਹੜੀ ਰੋਕਥਾਮ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਦਰ 'ਤੇ, ਗੁਰੂ ਦੇ ਦਰਬਾਰ 'ਤੇ ਆਉਣੇ ਹੈ। ਪਰ ਅਸੀਂ ਜਦੋਂ ਗੁਰੂ ਦੀ ਬਰਾਬਰੀ ਕੁਰਸੀਆਂ 'ਤੇ ਬੈਠ ਕੇ ਕਰਨੀ ਸ਼ੁਰੂ ਕਰ ਦਿੰਦੇ ਹਾਂ ਨਾ, ਅਤੇ ਉਦੋਂ ਇਹ ਜਿਹੜਾ ਹੈ ਨਾ ਸਾਡੀ ਅਵੱਗਿਆ ਹੋ ਜਾਂਦੀ ਹੈ ਕਿ ਆਏ ਤਾਂ ਅਸੀਂ ਮੰਗਣ ਸੀ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਆਏ ਤਾਂ ਅਸੀਂ ਇਸ ਵਾਸਤੇ ਕਿ ਸੱਚੇ ਪਾਤਸ਼ਾਹ ਪਰਮ ਪਿਤਾ ਪਰਮਾਤਮਾ ਮੇਰਾ ਦੁੱਖ ਗਵਾ ਦਿਓ, ਅਤੇ ਪਰ ਅਸੀਂ ਦੁੱਖ ਦਾ ਬਹਾਨਾ ਲੈ ਕੇ ਅਤੇ ਪਰਮਾਤਮਾ ਦੇ ਨਾਲ ਬਰਾਬਰੀ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ ਲੈਣ ਦੀ ਬਜਾਏ ਅਸੀਂ ਦੋਸ਼ ਕੱਟ ਲਿਆ, ਪਰਮਾਤਮਾ ਦਾ ਨਾਮ ਨਹੀਂ ਲਿਆ, ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਨਹੀਂ ਵਸਾਇਆ ਗਿਆ, ਪਰਮਾਤਮਾ ਦੇ ਨਾਮ ਨੂੰ ਮੁੱਖ ਤੋਂ ਜੀਵਾ ਤੋਂ ਰਟਿਆ ਨਹੀਂ ਹੈ, ਜਪਿਆ ਨਹੀਂ ਹੈ। ਪਰ ਕੁਰਸੀਆਂ ਦੇ ਉੱਤੇ ਬੈਠ ਕੇ ਪਰਮਾਤਮਾ ਦੀ ਬਰਾਬਰੀ ਅਸੀਂ ਕਰਕੇ ਅਸੀਂ ਦੋਸ਼ੀ ਜ਼ਰੂਰ ਬਣ ਗਏ ਹਾਂ, ਪਰਮਾਤਮਾ ਦੇ ਅਵੱਗਿਆ ਦੇ ਦੋਸ਼ੀ ਬਣ ਗਏ, ਪਰਮਾਤਮਾ ਦੀ ਅਵੱਗਿਆ ਦੇ ਦੋਸ਼ੀ ਬਣ ਗਏ ਹਾਂ ਅਸੀਂ। ਕੁਰਸੀਆਂ 'ਤੇ ਬੈਠਣਾ ਪਰਮਾਤਮਾ ਨਹੀਂ ਕਹਿੰਦਾ ਕਿ ਪਰਮਾਤਮਾ
ਅਸਲ ਸੰਸਾਰ ਦੇ ਵਿੱਚ ਪਰਮਾਤਮਾ ਦੇ ਬਰਾਬਰ ਕੋਈ ਚੀਜ਼ ਹੈ ਹੀ ਨਹੀਂ ਹੈ, ਕਿਉਂਕਿ ਸਭ ਤੋਂ ਵੱਡਾ ਉਹ ਪਰਮਪਿਤਾ ਪਰਮਾਤਮਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਜਿਹੜਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮਾਤਮਾ ਦਾ, ਉਹੀ ਪਰਮਾਤਮਾ ਦਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਉਹ ਅਕਾਲ ਪੁਰਖ ਹੈ, ਨਿਰੰਜਨ ਹੈ, ਉਹ ਸਰੂਪ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਸੇ ਪਰਮਾਤਮਾ ਦਾ ਸਰੂਪ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਅਸੀਂ ਉਸ ਦੇ ਸਾਹਮਣੇ ਬਰਾਬਰੀ ਮੰਗਣ ਦੀ ਬਜਾਏ ਅਸੀਂ ਬਰਾਬਰੀ ਕਰਕੇ ਬਹਿ ਜਾਂਦੇ ਹਾਂ ਤੇ ਦੋਸ਼ ਕੱਟ ਕੇ ਅਸੀਂ ਘਰਾਂ ਨੂੰ ਵਾਪਸ ਚੱਲ। ਫਿਰ ਅਸੀਂ ਕਹਿੰਦੇ ਹਾਂ ਸਾਨੂੰ ਦੁੱਖ ਹਟੇ ਨਹੀਂ। ਦੁੱਖ ਕਿਉਂ ਹਟਣਗੇ ਭਾਈ? ਜਦੋਂ ਅਸੀਂ ਕੁਰਸੀਆਂ ਢਾਹ ਢਾਹ ਕੇ ਬੈਠਾਂਗੇ ਭਾਈ, ਇਹ ਮਨਮੱਤ ਹੈ ਕੁਰਸੀਆਂ ਢਾਹ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਦੇ ਵਿੱਚ, ਪਰਮਪਿਤਾ ਪਰਮਾਤਮਾ ਦੇ ਦਰਬਾਰ ਦੇ ਵਿੱਚ, ਗੁਰੂ ਸਾਹਿਬਾਨ ਦੇ ਦਰਬਾਰ ਦੇ ਵਿੱਚ ਅਸੀਂ ਹਉਮੈ ਦੇ ਨਾਲ ਬੈਠੀਏ। ਜੇ ਅਸੀਂ ਨੀਵੇਂ ਹੋ ਕੇ ਵੀ ਮੱਥਾ ਟੇਕ ਕੇ ਅਸੀਂ ਧਰਤੀ 'ਤੇ ਵੀ ਬੈਠੀਏ ਤੇ ਸਾਡਾ ਜੇ ਕੋਈ ਸਾਨੂੰ ਬਿਮਾਰੀ ਹੈ, ਤੇ ਜੇ ਅਸੀਂ ਡਿੱਗ ਵੀ ਪਈਏ, ਸਾਡੇ ਗੋਡੇ ਕੰਮ ਨਹੀਂ ਕਰਦੇ, ਤੇ ਜੇ ਡਿੱਗ ਵੀ ਪਈਏ ਤੇ ਗੁਰੂ ਦੇ ਦਰ 'ਤੇ ਡਿੱਗੀਏ ਤੇ ਸਾਡੇ ਸਫਲ ਹੈ ਸੇਵਾ ਸਾਡੀ। ਪਰਮਾਤਮਾ ਦੇ ਮੱਥਾ ਟੇਕਿਆ ਵੀ ਸਾਨੂੰ ਸਫਲ ਹੈ। ਪਰ ਅਸੀਂ ਇਸ ਵੱਲ ਧਿਆਨ ਨਹੀਂ ਦਿੰਦੇ। ਗੁਰੂ ਦੀ ਮਰਿਆਦਾ ਕੀ ਹੈ? ਅਸੀਂ ਆਪਣੇ ਮਨ ਦੀ ਮੱਤ ਨੂੰ ਮੁੱਖ ਕਰਕੇ ਅਸੀਂ ਇਹ ਕਹਿੰਦੇ ਹਾਂ ਬਜ਼ੁਰਗ ਆਦਮੀ ਹੈ ਜੀ, ਬਜ਼ੁਰਗ ਸਾਹਿਬ ਸ਼੍ਰੀ ਗੁਰੂ ਤੀਜੇ ਪਾਤਸ਼ਾਹ ਜੀ 72 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਉਹਨਾਂ ਨੂੰ ਪ੍ਰਾਪਤ ਹੋਈ ਸੀ, ਔਰ 92 ਸਾਲ ਦੀ ਉਮਰ ਤੱਕ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਰਹਿੰਦੇ ਰਹੇ ਆ। ਔਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ 92 ਸਾਲ ਦੀ ਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੀ ਉਮਰ ਸੀ, ਉਹ ਗੁਰੂ ਦੇ ਚਰਨਾਂ ਦੇ ਵਿੱਚ ਬੈਠਦੇ ਸੀ। ਤੇ ਅੱਜ ਕਿਹੜਾ ਬੰਦਾ ਜਿਹੜਾ 92 ਸਾਲ ਦਾ ਉਹ ਕਹਿੰਦਾ ਵੀ ਮੈਂ ਮਤਲਬ ਗੁਰੂ ਸਾਹਿਬ ਦੇ ਚਰਨਾਂ 'ਚ ਨਹੀਂ ਬੈਠ ਸਕਦਾਗਾ? ਉਹ ਵੀ ਬੈਠ ਸਕਦੇ। ਜੇ ਉਹ ਗੁਰੂ ਸਾਹਿਬ ਬੈਠ ਸਕਦੇ ਤੇ ਅਸੀਂ ਵੀ ਬੈਠ ਸਕਦੇ ਹਾਂ। ਪਰ ਇੱਕ ਭਾਵਨਾ ਸਾਡੀ ਬਦਲ ਗਈ ਹੈ, ਭਾਵਨਾ ਸਾਡੀ ਮੈਂ ਵਾਲੀ ਹੋ ਗਈ ਹੈ, ਭਾਵਨਾ ਸਮਰਪਣ ਵਾਲੀ ਨਹੀਂ ਹੋਈ, ਪਰਮਾਤਮਾ ਮਰਿਆਦਾ ਵਾਲੀ ਨਹੀਂ ਹੋਈ, ਪਰਮਾਤਮਾ ਗੁਰਮੱਤ ਵਾਲੀ ਨਹੀਂ ਹੋਈ, ਪਰਮਾਤਮਾ ਦੇ ਸਿਧਾਂਤ ਦੀ ਮਰਿਆਦਾ ਨਹੀਂ ਹੋਈ, ਸਾਡੇ ਮਨ ਦੀ ਮੱਤ ਹੋ ਗਈ। ਔਰ ਮਨ ਦੀ ਮੱਤ ਨੂੰ ਅਸੀਂ ਵਰਤਦੇ ਹੋਏ ਅਸੀਂ ਪਰਮਾਤਮਾ ਦੀ ਮੱਤ ਤੋਂ ਵਾਂਝੇ ਹੀ ਫਿਰਦੇ ਹਾਂ। ਸਾਨੂੰ ਪਤਾ ਹੀ ਨਹੀਂ ਕਿ ਗੁਰਮੱਤ ਕੀ ਚੀਜ਼ ਹੈ। ਤੋ ਇਸ ਕਰਕੇ ਭਾਈ ਗੁਰਮੁਖ ਪਿਆਰਿਓ, ਦਾਸ ਤਾਂ ਅੱਜ ਜਿਹੜਾ ਇਹ ਬਵਾਲ ਉੱਠਿਆ ਹੋਇਆ ਹੈ ਕਿ ਗੁਰਦੁਆਰਿਆਂ ਦੇ ਵਿੱਚ ਕੁਰਸੀਆਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ, ਮਰਿਆਦਾ ਦੇ ਮੁਤਾਬਕ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੇ ਮੁਤਾਬਕ, ਸਿੱਖ ਧਰਮ ਦੀ ਮਰਿਆਦਾ ਦੇ ਮੁਤਾਬਕ, ਪਰਮਾਤਮਾ ਦੀ ਮਰਿਆਦਾ ਦੇ ਮੁਤਾਬਕ, ਕਿਉਂਕਿ ਪਰਮਾਤਮਾ ਦੇ ਬਰਾਬਰ ਕੋਈ ਵੀ ਗੱਦੀ ਨਹੀਂ ਲਾ ਸਕਦਾ, ਪਰਮਾਤਮਾ ਦੇ ਬਰਾਬਰ ਕੋਈ ਵੀ ਕੁਰਸੀ ਨਹੀਂ ਢਾ ਸਕਦਾ। ਪਰਮਾਤਮਾ ਦੇ ਬਰਾਬਰ ਪਰਮਾਤਮਾ ਚਾਹਵੇ ਤੇ ਮਿੰਟ 'ਚ ਇਹ ਰੂਹ ਨੂੰ ਤਹਿਸ ਨਹਿਸ ਕਰਕੇ ਮਿੱਟੀ ਦੇ ਵਿੱਚ ਮਿਲਾ ਸਕਦਾ ਹੈ। ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਇੱਕ ਪਲ ਦੇ ਵਿੱਚ ਉਲਟਾ ਕੇ ਰੱਖ ਸਕਦਾ ਹੈ, ਉਸ ਪਰਮਪਿਤਾ ਦੇ ਬਰਾਬਰ ਅਸੀਂ, ਉਸ ਪਰਮਪਿਤਾ ਪਰਮਾਤਮਾ ਦੇ ਸਰੂਪ ਦੇ ਬਰਾਬਰ ਅਸੀਂ ਕੁਰਸੀਆਂ ਢਾਹ ਢਾਹ ਕੇ ਬੈਠਦੇ ਹਾਂ। ਇਹ ਸਾਡੇ ਮੰਦੇ ਭਾਗ ਹੈ, ਸਾਡੇ ਬੁਰੇ ਦਿਨਾਂ ਦੀਆਂ ਨਿਸ਼ਾਨੀਆਂ ਹੈ। ਭਾਵੇਂ ਸਾਨੂੰ ਨਹੀਂ ਪਤਾ ਲੱਗਦਾ, ਇਸ ਦਾ ਰਿਜ਼ਲਟ ਜਿਹੜਾ ਬਹੁਤ ਅੱਗੇ ਜਾ ਕੇ ਮਿਲਦਾ ਹੈ, ਸਾਡੇ ਜੀਵਨ ਦੇ ਵਿੱਚ ਕਾਫੀ ਸਮੇਂ ਬਾਅਦ ਮਿਲਦਾ ਹੈ, ਕਦੇ ਨਾ ਕਦੇ ਇਸ ਜੀਵਨ ਵਿੱਚ ਨਹੀਂ ਤਾਂ ਅਗਲੇ ਜੀਵਨ ਦੇ ਵਿੱਚ ਮਿਲਦਾ ਹੈ। ਇਹ ਅਵੱਗਿਆ ਦੀ ਜੋਸ਼ ਜਿਹੜਾ ਹੈ, ਇਸ ਦਾ ਫਲ ਸਾਨੂੰ ਜ਼ਰੂਰ ਭੋਗਣਾ ਪਏਗਾ ਭਾਈ। ਇਸ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਭਾਈ ਗੁਰਮੁਖ ਪਿਆਰਿਓ, ਜੇ ਹੋ ਸਕੇ ਤੇ ਗੋਡੇ ਦੁਖਦੇ ਹੈ, ਜੇ ਅਸੀਂ ਡਿੱਗ ਕੇ ਵੀ ਮੱਥਾ ਟੇਕ ਲਈਏ ਤੇ ਭਲੀ ਹੈ, ਤੇ ਜੇ ਨਹੀਂ ਡਿੱਗ ਕੇ ਮੱਥਾ ਟੇਕਿਆ ਜਾ ਸਕਦਾ ਨਾ, ਤਾਂ ਖੜੇ ਹੋਈ ਨਮਸਕਾਰ ਕਰਕੇ ਸਤਿਗੁਰਾਂ ਨੂੰ ਬੇਨਤੀ ਕਰ ਦਿਓ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਮੱਥਾ ਟੇਕ ਨਹੀਂ ਸਕਦਾ, ਮੇਰੇ ਗੋਡੇ ਕੰਮ ਨਹੀਂ ਕਰਦੇ, ਮੈਂ ਖੜਾ ਹੋ ਕੇ ਆਪ ਜੀ ਦੇ ਦਰਸ਼ਨ ਕਰ ਰਿਹਾ, ਕਿਰਪਾ ਕਰੋ ਮੇਰੇ ਤੇ ਮੇਰੇ ਕਾਰਜ ਸਵਾਰ ਦਿਓ, ਮੇਰੇ ਦੁੱਖਾਂ ਕਲੇਸ਼ਾਂ ਰੋਗਾਂ ਕਸ਼ਟਾਂ ਦਾ ਨਾਸ਼ ਕਰ ਦਿਓ ਸੱਚੇ ਪਾਤਸ਼ਾਹ। ਤੇ ਪਰਮ ਪਿਤਾ ਪਰਮਾਤਮਾ ਦੀ ਐਸੀ ਕਿਰਪਾ ਹੋਏਗੀ ਕਿ ਤੁਹਾਡੇ ਗੋਡੇ ਵੀ ਠੀਕ ਹੋ ਜਾਣਗੇ, ਤੁਹਾਡੇ ਰੋਗ ਵੀ ਠੀਕ ਹੋ ਜਾਣਗੇ। ਜਿਹੜਾ ਪਰਮ ਪਿਤਾ ਪਰਮਾਤਮਾ ਲੋਕਾਂ ਦੀ ਇੱਕ ਬੇਨਤੀ ਸੁਣ ਕੇ, ਕੋੜੀ ਦੀ ਇੱਕ ਛੋਟੀ ਜਿਹੀ ਬੇਨਤੀ ਸੁਣ ਕੇ, ਕੋੜੀ ਕਿਤੇ ਆਪਣੇ ਘਰ ਬੈਠਾ ਸੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਤਾ ਨਹੀਂ ਕਿੱਥੇ ਸੀਗੇ, ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਕੋਈ ਦੁਖੀਆ ਯਾਦ ਕਰ ਰਿਹਾ ਹੈ। ਔਰ ਕੋੜੀ ਦੇ ਘਰ ਆ ਕੇ ਕੋੜੀ ਨੂੰ ਸੰਭਾਲਿਆ, ਕੋੜੀ ਦੇ ਮੁਸ਼ਕ ਆਉਂਦਾ ਸੀਗਾ, ਕੋੜੀ ਨੂੰ ਨਾਮ ਅੰਮ੍ਰਿਤ ਦੇ ਕੇ ਕੋੜੀ ਨੂੰ ਸ਼ਾਂਤੀ ਬਖਸ਼ੀ, ਔਰ ਕੋੜੀ ਨੂੰ ਐਸਾ ਨਾਮ ਦਿੱਤਾ ਕਿ ਉਸ ਦਾ ਕੋੜ ਦੂਰ ਹੋ ਗਿਆ। ਤੇ ਸਾਡੇ ਗੋਡੇ ਕਿਉਂ ਨਹੀਂ ਦੁਖਣੋਂ ਹਟ ਸਕਦੇ ਭਾਈ? ਸਾਡੀ ਲੱਕ ਕਿਉਂ ਨਹੀਂ ਦੁਖਣੋਂ ਹਟ ਸਕਦਾ ਹੈ? ਅਸੀਂ ਗੁਰੂ ਦੀ ਸ਼ਰਨ ਹੋ, ਅਸੀਂ ਗੁਰੂ 'ਤੇ ਵਿਸ਼ਵਾਸ ਨਹੀਂ ਕਰਦੇ, ਅਸੀਂ ਗੁਰੂ 'ਤੇ ਦ੍ਰਿੜ ਭਰੋਸਾ ਨਹੀਂ ਕਰਦੇ। ਅਸੀਂ ਮੰਗਣ ਆਉਣੇ ਆ, ਦਾਤਾ ਮੰਗਣ ਆਉਣੇ ਆ, ਪੁੱਤ ਧੀ ਮੰਗਣ ਆਉਣੇ ਆ, ਗੱਡੀਆਂ ਦੇ ਦਿਓ, ਮਹਿਲ ਦੇ ਦਿਓ, ਕਾਰ ਦੇ ਦਿਓ,
परमात्मा तो ये नहीं मंगते सच्चे पातशाह, तू परमात्मा साडे ते किरपा कर, साडे अंग संग रह के साडे कारज सवार। तो साध संगत जी, दास ਇੰਨੀ ਕੁ ਬੇਨਤੀ ਕਰਨਾ ਚਾਹੁੰਦਾ ਭਾਈ, ਇਹ ਗੁਰਮੱਤ ਨਹੀਂ ਹੈ ਕੁਰਸੀਆਂ ਢਾਹ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਦੇ ਵਿੱਚ ਬੈਠਣਾ। ਇਹ ਮਨਮੱਤ ਹੈ, ਗੁਰਮੱਤ ਨਹੀਂ ਹੈ। ਇਹ ਮਨਮੱਤ ਨਾ ਕਰਿਆ ਕਰੋ ਭਾਈ, ਗੁਰੂ ਦਾ ਦੋਸ਼ ਲੱਗਦਾ ਹੈ। ਪਰਮਾਤਮਾ ਤੋਂ ਜੇ ਕੁਛ ਅਸੀਂ ਲੈਣਾ ਹੈ ਨਾ, ਤੇ ਗੁਰੂ ਦੀ ਸ਼ਰਨ ਦੇ ਵਿੱਚ ਭਾਵੇਂ ਅਸੀਂ ਦੁਖੀ ਹਾਂ, ਭਾਵੇਂ ਕਿੰਨੇ ਵੀ ਔਖੇ ਹੋ ਕੇ ਸਾਨੂੰ ਬਹਿਣਾ ਪਵੇ, ਢੋਅ ਲਾ ਕੇ ਬਹਿਣਾ ਪਵੇ, ਦੀਵਾਰ ਦੇ ਨਾਲ ਢੋਅ ਲਾ ਕੇ ਬਹਿ ਜਾਓ। ਢੂੰਈ ਦਰਦ ਕਰਦੀ ਹੈ ਤੁਹਾਡੀ, ਗੋਡੇ ਦਰਦ ਕਰਦੇ ਹੈ, ਦੀਵਾਰ ਦੇ ਨਾਲ ਢੋਅ ਲਾ ਕੇ ਬਹਿ ਜਾਓ, ਖੜੇ ਹੋ ਜਾਓ, ਖੜੇ ਹੋ ਕੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੋ। ਔਰ ਜੇ ਜ਼ਿਆਦਾ ਵੀ ਹੋ ਸਕੇ ਨਾ, ਤੇ ਬਾਹਰ ਸਪੀਕਰ ਲੱਗੇ ਹੁੰਦੇ ਆ, ਤੁਸੀਂ ਬਾਹਰ ਕੁਰਸੀ, ਗੁਰੂ ਦਰਬਾਰ ਤੋਂ ਬਾਹਰ ਜੋ ਗੁਰੂ ਘਰ ਦਾ ਚੌਗਿਰਦਾ ਹੁੰਦਾ ਹੈ, ਉਸ ਦੇ ਵਿੱਚ ਕੁਰਸੀ ਢਾਹ ਕੇ ਤੁਸੀਂ ਬੈਠ ਸਕਦੇ ਹੋ। ਉੱਥੇ ਗੁਰਬਾਣੀ ਤੁਹਾਨੂੰ ਸੁਣੀ ਜਾ ਸਕਦੀ ਹੈ। ਉੱਥੋਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਤੁਸੀਂ ਨਤਮਸਤਕ ਹੋ ਕੇ, ਖੜੇ ਹੋ ਕੇ ਹੀ ਆਪਣਾ ਮੱਥਾ ਟੇਕ ਸਕਦੇ ਹੋ। ਉੱਥੋਂ ਹੀ ਨਤਮਸਤਕ ਹੋ ਕੇ ਤੁਸੀਂ ਗੁਰੂ ਸਾਹਿਬ ਨੂੰ ਬੇਨਤੀ ਕਰ ਸਕਦੇ ਹੋ। ਉੱਥੋਂ ਹੀ ਗੁਰੂ ਤੁਹਾਡੀ ਬੇਨਤੀ ਸੁਣ ਕੇ ਤੁਹਾਡੇ ਦੁੱਖ ਕਲੇਸ਼ ਜਿਹੜੇ ਹੈ, ਰੋਗ ਜਿਹੜੇ ਹੈ, ਕਸ਼ਟ ਜਿਹੜੇ ਹੈ, ਸੰਤਾਪ ਜਿਹੜਾ ਹੈ, ਉਹ ਦੂਰ ਕਰ ਦੇਣਗੇ। ਇਹ ਪੱਕੀ ਵਿਸ਼ਵਾਸ ਹੈ। ਜਿਸ ਨੇ ਦ੍ਰਿੜ ਨਿਸ਼ਚੇ ਨਾਲ ਪਰਮਾਤਮਾ ਨੂੰ ਅਰਦਾਸ ਕਰ ਦਿੱਤੀ, ਉਹਦੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਗੁਰੂ ਸਾਹਿਬ ਕਹਿੰਦੇ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਪਰਮਾਤਮਾ ਦੇ ਜ਼ੋਰ ਨਾਲ ਕੋਈ ਵੀ ਅਰਦਾਸ ਜਿਹੜੀ ਕੀਤੀ ਜਾਂਦੀ ਹੈ, ਉਹ ਫਲ ਜਾਂਦੀ ਹੈ, ਉਹਦੇ ਦੁੱਖ ਕਲੇਸ਼ ਰੋਗ ਕੱਟੇ ਜਾਂਦੇ ਆ ਭਾਈ। ਇਹ ਧਿਆਨ ਰੱਖੋ। ਇਸ ਕਰਕੇ ਭਾਈ ਹਮੇਸ਼ਾ ਜਿੰਨਾ ਹੋ ਸਕੇ ਗੁਰੂ ਦਰਬਾਰ ਦੇ ਵਿੱਚ ਕੁਰਸੀਆਂ ਦੇ ਉੱਤੇ ਨਾ ਬੈਠਿਆ ਕਰੋ। ਕੋਸ਼ਿਸ਼ ਕਰੋ ਕਿ ਥੱਲੇ ਹੀ ਬੈਠਿਆ ਜਾਵੇ, ਧਰਤੀ ਦੇ ਉੱਤੇ ਬੈਠਿਆ ਜਾਵੇ। ਇਹ ਸਭ ਤੋਂ ਬਿਹਤਰ ਹੈ। ਇੰਨੀਆਂ ਵਿਚਾਰਾਂ ਕਰਦੇ ਹੋਏ ਦਾਸ ਸ਼ਾਮਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੋਤ ਚੈਨਲ ਨੂੰ ਸਬਸਕ੍ਰਾਈਬ ਕਰੋ, ਸੈਂਡ ਕਰੋ, ਲਾਈਕ ਕਰੋ।